ਸੁਹਿਰਦ ਸੱਜਣਾ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ। ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬਾਬਾ ਬੁੱਲੇ ਸ਼ਾਹ ਦੇ ਇਸ ਕਥਨ ਤੇ ਅੱਜ ਘੱਟ ਹੀ ਕਲਮਾਂ ਅਮਲ ਕਰਦੀਆਂ ਨੇ। ਅਜਿਹੀ ਇੱਕ ਕਲਮ ਹੈ ਮਿੰਟੂ ਬਰਾੜ ਦੀ, ਜੋ ਸਮਾਜ ਵਿੱਚ ਵਾਪਰ ਰਹੇ ਗਲਤ ਵਰਤਾਰਿਆਂ ਨੂੰ ਵਰਜਣ ਲਈ ਅਤੇ ਦਿਖਾਵਿਆਂ ਦੇ ਨਾਮ ਤੇ ਪਾਈਆਂ ਜਾ ਰਹੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਪਿਰਤਾਂ ਨੂੰ ਠੱਲਣ ਲਈ ਅਕਸਰ ਸਿਰ ਚੁੱਕਦੀ ਹੈ। ਅੱਜ ਜਦ ਵਿਸ਼ਵ ਭਰ ਵਿੱਚ ਕਰੋਨਾ ਮਹਾਂਮਾਰੀ ਆਦੰਬੋ ਕਰਦੀ ਫਿਰਦੀ ਹੈ, ਅਣਗਿਣਤ ਪਿਆਰੇ ਇਸ ਨੇ ਨਿਗਲ ਲਏ ਨੇ। ਅਜਿਹੇ ਸਮੇਂ ਪ੍ਰਚਾਰ ਦਾ ਸਭ ਤੋਂ ਵੱਡਾ ਤੇ ਸੌਖਾ ਮੰਚ ਸੋਸ਼ਲ ਮੀਡੀਆ ਅਜੀਬ ਜਿਹੇ ਦ੍ਰਿਸ਼ਾਂ ਨਾਲ ਭਰਿਆ ਹੁੰਦਾ ਹੈ। ਆਪਣੇ ਪਿਆਰਿਆਂ ਦੀਆਂ ਮ੍ਰਿਤਕ ਦੇਹਾਂ ਦਾ ਤਸਵੀਰੀ ਪ੍ਰਚਾਰ ਵਧਾ ਚੜ੍ਹਾ ਕੇ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਦਰਦ ਵੰਡਾਊ ਸਮਾਜਿਕ ਪਰੰਪਰਾ ਦੇ ਚੱਲਦਿਆਂ ਅਜਿਹਾ ਹੁੰਦਾ ਹੋਵੇ, ਜਾਂ ਹਮਦਰਦੀ ਲੈਣ ਖਾਤਰ ਅਜਿਹਾ ਕੀਤਾ ਜਾ ਰਿਹਾ ਹੋਵੇ, ਪਰ ਕੀ ਇਹ ਪੈ ਚੁੱਕੀ ਪਿਰਤ ਸਹੀ ਹੈ? ਇਸ ਬਾਰੇ ਮਿੰਟੂ ਬਰਾੜ ਹੋਰਾਂ ਨੇ ਅਜਿਹੀ ਪਿਰਤ ਦਾ ਸ਼ਿਕਾਰ ਹੋ ਰਹੇ ਸਾਡੇ ਲੋਕਾਂ ਦੇ ਸਾਹਮਣੇ ਇੱਕ ਸਵਾਲ ਰੱਖਿਆ ਹੈ ਕਿ ਮ੍ਰਿਤਕ ਦੇਹਾਂ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼ ਨੇ। ਮਿੰਟੂ ਬਰਾੜ ਹੋਰੀ ਲਿਖਦੇ ਨੇ ਕਿ ਆਧੁਨਿਕ ਯੁੱਗ 'ਚ ਨਿੱਜਤਾ ਸਿੱਕੇ ਤੇ ਟੰਗੀ ਦਿਖਾਈ ਦਿੰਦੀ ਹੈ। ਸਾਡੇ ਬਜ਼ੁਰਗ ਭਾਵੇਂ ਅਨਪੜ੍ਹ ਹੁੰਦੇ ਸੀ, ਪਰ ਪਰਦੇ ਦਾ ਅਰਥ ਸਮਝਦੇ ਸੀ, ਬੰਦ ਮੁੱਠੀਆਂ ਦੀ ਅਹਿਮੀਅਤ ਤੋਂ ਜਾਣੂ ਸੀ। ਪਰ ਅੱਜ ਤਾਂ ਹਰ ਕੋਈ ਆਪਣੇ ਹੀ ਪੋਤੜੇ ਜੱਗ ਦੇ ਸਾਹਮਣੇ ਫਰੋਲਣ 'ਚ ਵਡਿਆਈ ਮਹਿਸੂਸ ਕਰਦਾ। ਹੋ ਸਕਦਾ ਇਸੇ ਨੂੰ ਪੀੜ੍ਹੀਆਂ ਦਾ ਪਾੜਾ, ਜਨਰੇਸ਼ਨ ਗੈਪ ਕਿਹਾ ਜਾਂਦਾ ਹੋਵੇ। ਹੋ ਸਕਦਾ ਪੜ੍ਹਨ ਲਿਖਣ ਨਾਲ ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਕੇ ਇਹ ਆਂਦਾ ਹੋਵੇ ਕਿ ਨਿੱਜਤਾ ਦਾ ਜਨਾਜ਼ਾ ਕੱਢਣ ਵਾਲਾ ਹੀ ਮਹਾਨ ਹੁੰਦਾ। ਪਰ ਇਹਦਾ ਦੂਜਾ ਪੱਖ ਵੀ ਹੈ, ਉਹ ਵੀ ਵਿਚਾਰਾਂਗੇ ਤੇ ਆਪ ਸਭ ਅੱਗੇ ਇੱਕ ਬੇਨਤੀ ਵੀ ਕਰਾਂਗੇ। ਜੇਕਰ ਮੰਨੋ ਤਾਂ ਭਲਾ, ਜੇ ਨਾ ਮੰਨੋ ਤਾਂ ਵੀ ਭਲਾ। ਆਪਾਂ ਨਿੱਜਤਾ ਨੂੰ ਦੋ ਹਿੱਸਿਆਂ 'ਚ ਵੰਡਦੇ ਹਾਂ, ਇੱਕ ਆਪਣੀ, ਇੱਕ ਦੂਜੇ ਦੀ। ਵੈਸੇ ਨਿੱਜਤਾ ਸ਼ਬਦ ਨਿੱਜ ਤੋਂ ਹੋਂਦ 'ਚ ਆਇਆ ਹੈ, ਸੋ ਸ਼ਾਇਦ ਇੱਥੇ ਦੂਜੇ ਲਈ ਵਰਤਿਆ ਨਹੀਂ ਜਾ ਸਕਦਾ, ਪਰ ਅਸੀਂ ਇੱਥੇ ਇਸ ਨੂੰ ਪ੍ਰਾਈਵੇਸੀ ਤੋਂ ਲੈ ਰਹੇ ਹਾਂ। ਆਪਣੀ ਨਿੱਜਤਾ 'ਤੇ ਤੁਹਾਨੂੰ ਪੂਰਾ ਅਧਿਕਾਰ ਹੈ, ਸੋ ਇਸ ਉੱਤੇ ਗੱਲ ਕਰਨ 'ਚ ਸਮਾਂ ਜਾਇਆ ਨਹੀਂ ਕਰਾਂਗੇ। ਦੂਜੇ ਦੀ ਨਿੱਜਤਾ ਵੀ ਅੱਗੇ ਦੋ ਕਿਸਮ ਦੀ ਹੁੰਦੀ ਹੈ, ਇੱਕ ਜਿਉਂਦੇ ਜੀਅ ਦੀ ਅਤੇ ਇੱਕ ਉਹਦੇ ਮਰਨ ਪਿੱਛੋਂ ਦੀ। ਜਿਉਂਦੇ ਜੀਅ ਤਾਂ ਅਗਲਾ ਆਪੇ ਨਜਿੱਠੂ ਜੇ ਕੋਈ ਉਹਦੀ ਨਿੱਜਤਾ 'ਚ ਖਲਲ ਪਾਊ, ਪਰ ਜਿਹੜਾ ਇਨਸਾਨ ਦੁਨੀਆ ਛੱਡ ਕੇ ਚਲਾ ਗਿਆ, ਉਹਦੇ ਕੀਤੇ ਚੰਗੇ ਮੰਦੇ ਕੰਮਾਂ ਨੂੰ ਤਾਂ ਤੁਸੀਂ ਖੰਗਾਲ ਸਕਦੇ ਹੋ, ਪਰ ਉਹਦੀ ਨਿੱਜਤਾ 'ਤੇ ਤੁਹਾਡਾ ਕੋਈ ਅਧਿਕਾਰ ਨਹੀਂ ਬਣਦਾ। ਮਿੰਟੂ ਬਰਾੜ ਹੋਰੀ ਲਿਖਦੇ ਨੇ ਕਿ ਰੁਜ਼ਗਾਰ ਦੀ ਟੋਚ, ਚੰਗੇ ਭਵਿੱਖ ਦੀ ਲੱਭਤ 'ਚ ਆਸਟ੍ਰੇਲੀਆ ਆਇਆ। ਬਹੁਤ ਕੁਝ ਨਵਾਂ ਦੇਖਿਆ, ਸੁਣਿਆ, ਸਮਝਿਆ, ਅਪਣਾਇਆ। ਭਾਵੇਂ ਉਹਨਾਂ 'ਚੋਂ ਬਹੁਤ ਸਾਰੀਆਂ ਗੱਲਾਂ ਬਾਰੇ ਸੰਖੇਪ 'ਚ ਪਹਿਲਾਂ ਤੋਂ ਹੀ ਜਾਣਦੇ ਸੀ, ਪਰ ਗਹਿਰਾਈ 'ਚ ਆ ਕੇ ਇੱਥੇ ਹੀ ਪਤਾ ਲੱਗਿਆ। ਅੱਜ ਜਦੋਂ ਦੁਨੀਆ ਇੱਕ ਮਹਾਂਮਾਰੀ ਨਾਲ ਜੂਝ ਰਹੀ ਹੈ ਤੇ ਹਰ ਦਿਨ ਚੜ੍ਹਦੇ ਨੂੰ ਸੋਸ਼ਲ ਮੀਡੀਆ ਦੁਖਦਾਇਕ ਸੁਨੇਹਿਆਂ ਨਾਲ ਲੱਦਿਆ ਦਿਖਦਾ ਹੈ, ਤਾਂ ਉਸੇ ਦੌਰਾਨ ਜੋ ਨਿੱਜਤਾ ਦਾ ਘਾਣ ਸਾਨੂੰ ਦੇਖਣ ਨੂੰ ਮਿਲਦਾ ਹੈ, ਬਸ ਉਸੇ ਬਾਰੇ ਗੱਲ ਕਰਨੀ ਹੈ ਕਿ ਕੀ ਇੱਕ ਮ੍ਰਿਤਕ ਦੇਹ ਦੀਆਂ ਤਸਵੀਰਾਂ ਜਨਤਕ ਤੌਰ ਉੱਤੇ ਸੋਸ਼ਲ ਮੀਡੀਆ 'ਤੇ ਪਾਉਣੀਆਂ ਜਾਇਜ਼ ਨੇ। ਗੱਲ ਨੂੰ ਪੁਖਤਾ ਕਰਨ ਲਈ ਦੋ ਕੁ ਹੱਡ ਬੀਤੀਆਂ ਸਾਂਝੀਆਂ ਕਰ ਰਿਹਾ। YouTube ਚੈਨਲ ਪੇਂਡੂ ਆਸਟ੍ਰੇਲੀਆ ਸ਼ੁਰੂ ਕਰਨ ਤੋਂ ਪਹਿਲਾਂ ਦੀ ਗੱਲ ਹੈ। ਮੈਨੂੰ ਤੇ ਮਨਪ੍ਰੀਤ ਸਿੰਘ ਢੀਂਡਸਾ ਨੂੰ ਸੰਗੀਤਕ ਫਿਲਮਾਂ ਬਣਾਉਣ ਦਾ ਭੂਤ ਸਵਾਰ ਹੋ ਗਿਆ। ਇੱਕ ਗਾਣਾ ਤਿਆਰ ਕੀਤਾ ਤੇ ਸ਼ੁਰੂ ਹੋ ਗਿਆ ਉਸ ਨੂੰ ਫਿਲਮਾਉਣ ਦਾ ਕੰਮ। ਚੰਗੀ ਪਟਕਥਾ ਲਿਖੀ, ਅਦਾਕਾਰੀ ਲਈ ਨੌਜਵਾਨ ਮੁੰਡੇ ਕੁੜੀਆਂ ਲੱਭੇ। ਇਸੇ ਦੌਰਾਨ ਇੱਕ ਇਰਾਨੀ ਕੁੜੀ ਡੋਰਸਾ ਮਿਲੀ, ਜੋ ਕਿ ਹਿੰਦੀ ਫਿਲਮਾਂ ਦੀ ਮੁਰੀਦ ਸੀ। ਉਸ ਨੂੰ ਗਾਣੇ ਦੀ ਮੁੱਖ ਅਦਾਕਾਰਾ ਦੇ ਤੌਰ 'ਤੇ ਚੁਣ ਲਿਆ। ਵੱਖੋ ਵੱਖ ਮਨਮੋਹਕ ਥਾਵਾਂ ਉੱਤੇ ਗੀਤ ਫਿਲਮਾਇਆ। ਕੁਝ ਅਖੀਰੀ ਸੀਨ ਲੈਣ ਲਈ ਅਸੀਂ ਸਾਊਥ ਆਸਟ੍ਰੇਲੀਆ ਦੇ ਬਹੁਤ ਹੀ ਖੂਬਸੂਰਤ ਇਲਾਕੇ ਬਰੋਸਾ ਵੈਲੀ ਦੀ ਇੱਕ ਖੂਬਸੂਰਤ ਸ਼ਮਸ਼ਾਨ ਨੂੰ ਚੁਣ ਲਿਆ। ਅਸੀਂ ਉੱਥੇ ਸੈੱਟ ਲਾ ਕੇ ਅਦਾਕਾਰਾ ਦਾ ਇੰਤਜ਼ਾਰ ਕਰ ਰਹੇ ਸੀ। ਜਦੋਂ ਆਈ, ਕਾਰ 'ਚੋਂ ਉਤਰਦਿਆਂ ਬੋਲੀ, ਕੀ ਸੀਨ ਹੈ? ਅਸੀਂ ਕਿਹਾ, ਬਸ ਤੁਸੀਂ ਸਾਥੀ ਅਦਾਕਾਰ ਦਾ ਹੱਥ ਫੜ ਕੇ ਇਸ ਸ਼ਮਸ਼ਾਨ ਭੂਮੀ 'ਚੋਂ ਲੰਘ ਜਾਣਾ ਹੈ, ਕਿਉਂਕਿ ਗੀਤ ਦੇ ਕੁਝ ਬੋਲ ਇੱਦਾਂ ਦੇ ਹੀ ਸੀ। ਪਰ ਉਹ ਤਾਂ ਸੁਣਨਸਾਰ ਸਾਨੂੰ ਪੈ ਗਈ। ਕਹਿੰਦੀ, ਕੀ ਤੁਹਾਡੇ ਹਿਰਦੇ 'ਚ ਇਹਨਾਂ ਤੁਰ ਗਏ ਲੋਕਾਂ ਪ੍ਰਤੀ ਭੋਰਾ ਸਤਿਕਾਰ ਨਹੀਂ? ਮੈਂ ਤਾਂ ਤੁਹਾਡੀਆਂ ਫਿਲਮਾਂ 'ਚ ਦੇਖਿਆ ਸੁਣਿਆ ਸੀ ਕਿ ਤੁਸੀਂ ਬੜੇ ਸੰਸਕਾਰੀ ਹੁੰਦੇ ਹੋ। ਜਾਓ, ਮੈਂ ਨਹੀਂ ਕਰਨਾ ਇਹ ਸੀਨ ਤੇ ਨਾ ਹੀ ਗਾਣਾ। ਉਸ ਵਕਤ ਸਾਡੇ ਕੀ ਹਾਲ ਹੋਏ ਹੋਣਗੇ, ਇਹ ਤੁਸੀਂ ਆਪ ਆਪਣੇ ਦਿਮਾਗ 'ਚ ਚਿੱਤਰ ਸਕਦੇ ਹੋ। ਬੜੀ ਮੁਸ਼ਕਲ ਨਾਲ ਅਸੀਂ ਡੋਰਸਾ ਨੂੰ ਸਮਝਾ ਕੇ ਘਰ ਤੋਰਿਆ ਤੇ ਆਪਣੀ ਸਾਰੀ ਮਿਹਨਤ ਖੂਹ 'ਚ ਪਾ ਕੇ ਨਵੇਂ ਸਿਰੇ ਤੋਂ ਹੋਰ ਅਦਾਕਾਰਾਂ ਤੇ ਹੋਰ ਪਟਕਥਾ ਨਾਲ ਗੀਤ ਫਿਲਮਾਇਆ। ਪਰ ਹਾਂ, ਜਿਹੜਾ ਸਬਕ ਉਹ ਕੁੜੀ ਸਾਨੂੰ ਦੇ ਗਈ, ਨਾ ਹਾਲੇ ਭੁੱਲੇ ਹਾਂ, ਨਾ ਕਦੇ ਭੁੱਲਾਂਗੇ। ਜਾਂਦੀ ਜਾਂਦੀ ਉਹ ਕਹਿੰਦੀ ਕਿ ਕੀ ਹੋਇਆ ਜੇ ਅੱਜ ਇਹ ਸੰਸਾਰ 'ਚ ਨਹੀਂ, ਪਰ ਕੀ ਜੇ ਉਹ ਹੁੰਦੇ, ਉਹ ਸਾਨੂੰ ਆਪਣੀ ਨਿੱਜਤਾ ਵੱਲ ਝਾਕਣ ਦਿੰਦੇ? ਉਸਦੇ ਸਵਾਲ ਬੜੇ ਗਹਿਰੇ ਸੀ। ਉਹਨਾਂ ਦਾ ਜਵਾਬ ਨਮੋਸ਼ੀ ਭਰੀ ਚੁੱਪ ਤੇ ਪਛਤਾਵੇ ਨਾਲ ਹੀ ਦਿੱਤਾ ਜਾ ਸਕਦਾ ਸੀ, ਜੋ ਅਸੀਂ ਉਸ ਵਕਤ ਦਿੱਤਾ। ਦੂਜੀ ਘਟਨਾ ਬਾਰੇ ਮਿੰਟੂ ਹੋਰੀ ਦੱਸਦੇ ਨੇ ਕਿ ਮੈਂ ਆਪਣੇ ਵੱਡੇ ਸਾਧੂ ਸਾਹਿਬ ਸਰਦਾਰ ਨਿਰਮਲ ਸਿੰਘ ਦੇ ਕਹਿਣ ਉੱਤੇ ਅਤੇ ਉਹਨਾਂ ਦੀ ਮਦਦ ਸਦਕਾ ਆਸਟ੍ਰੇਲੀਆ ਆਉਣ 'ਚ ਕਾਮਯਾਬ ਹੋਇਆ ਸੀ। ਰੱਬੀ ਰੂਹ ਸਨ ਉਹ। ਅਚਾਨਕ ਇੱਕ ਭੈੜੀ ਬਿਮਾਰੀ ਉਹਨਾਂ ਨੂੰ ਸਾਡੇ ਤੋਂ ਲੈ ਗਈ।
ਉਹਨਾਂ ਦੇ ਬੱਚੇ ਹਾਲੇ ਜਵਾਨੀ ਦੀ ਦਹਿਲੀਜ਼ 'ਤੇ ਸਨ। ਜਦੋਂ ਆਖਰੀ ਰਸਮਾਂ ਦੀ ਗੱਲ ਆਈ ਤਾਂ ਵੀਰ ਜੀ ਦੇ ਕੁਝ ਕੁ ਖਾਸ ਮਿੱਤਰ ਮੇਰੇ ਨਾਲ ਬੈਠੇ ਸਲਾਹ ਮਸ਼ਵਰਾ ਕਰ ਰਹੇ ਸਨ। ਸਾਰਿਆਂ ਨੇ ਰਲ ਮਿਲ ਆਖਰੀ ਰਸਮਾਂ ਦੀ ਰੂਪ ਰੇਖਾ ਤੈਅ ਕਰ ਲਈ। ਜਦੋਂ ਇਹ ਉਹਨਾਂ ਦੇ ਬੱਚਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਦਾ ਬੇਟਾ ਤਖਤ ਸਿੰਘ, ਜੋ ਇੱਥੋਂ ਦਾ ਜੰਪਲ ਹੈ, ਉਹ ਕਹਿੰਦਾ, ਨਹੀਂ, ਇਹ ਸਾਨੂੰ ਮਨਜ਼ੂਰ ਨਹੀਂ। ਅਸੀਂ ਠਠੰਬਰ ਗਏ ਕਿ ਕਿਹੜੀ ਗੁਸਤਾਖੀ ਹੋ ਗਈ ਸਾਡੇ ਕੋਲੋਂ। ਉਹ ਕਹਿੰਦਾ, ਮੇਰੇ ਡੈਡੀ ਦੀ ਨਿੱਜਤਾ ਦਾ ਸਵਾਲ ਹੈ, ਉਹਨਾਂ ਨੂੰ ਅਖੀਰੀ ਇਸ਼ਨਾਨ ਦਾ ਹੱਕ ਸਿਰਫ ਸਾਡੇ ਕੋਲ ਹੈ। ਉਹ ਬੱਚਾ ਅੱਖਾਂ ਲਾਲ ਕਰਕੇ ਸਾਨੂੰ ਸਵਾਲ ਕਰ ਰਿਹਾ ਸੀ ਕਿ ਜੇ ਮੇਰੇ ਡੈਡੀ ਜਿਉਂਦੇ ਹੁੰਦੇ, ਉਹ ਇੱਦਾਂ ਇੱਕ ਭੀੜ ਕੋਲੋਂ ਨਹਾਉਣਾ ਚਾਹੁੰਦੇ। ਭਾਵੇਂ ਸਾਡੇ ਲਈ ਇਹ ਗੱਲ ਮੁੱਢੋਂ ਨਵੀਂ ਸੀ, ਅਸੀਂ ਕਦੇ ਇਸ ਪੱਖ ਤੋਂ ਤਾਂ ਦੇਖਿਆ ਸੋਚਿਆ ਹੀ ਨਹੀਂ ਸੀ, ਪਰ ਇਹ ਗੱਲ ਬੜੇ ਪਤੇ ਦੀ ਤੇ ਵਜ਼ਨਦਾਰ ਸੀ। ਸੋ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਅਤੇ ਪਰਿਵਾਰਕ ਨਿੱਜਤਾ ਨੂੰ ਕਾਇਮ ਰੱਖਿਆ। ਉਪਰੋਕਤ 2 ਦਲੀਲਾਂ ਸ਼ਾਇਦ ਬਹੁਤ ਹਨ ਮੇਰੀ ਗੱਲ ਰਾਹ ਪਾਉਣ ਲਈ। ਸੋ ਦੋਸਤੋ, ਹੁਣ ਜਦੋਂ ਵੀ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਮ੍ਰਿਤਕ ਦੇਹਾਂ ਦੀਆਂ ਤਸਵੀਰਾਂ ਦੇਖਦਾ ਤਾਂ ਦਿਲ ਅੰਦਰ ਧੂ ਪੈਂਦੀ ਹੈ ਕਿ ਕਦੋਂ ਸਾਡੀ ਸਮਝ ਡੋਰਸਾ ਅਤੇ ਤਖਤ ਸਿੰਘ ਵਰਗੀ ਹੋਵੇਗੀ। ਵੱਡੀ ਗੱਲ ਤਾਂ ਇਹ ਹੈ ਕਿ ਜੋ ਆਖਰੀ ਫੋਟੋ ਬੰਦਾ ਦੇਖ ਲੈਂਦਾ ਤਾਂ ਉਮਰ ਉਹੀ ਜ਼ਿਹਨ 'ਚ ਘੁੰਮਦੀ ਰਹਿੰਦੀ ਹੈ। ਉੱਘੇ ਕਲਾਕਾਰ ਜਸਪਾਲ ਭੱਟੀ ਹੋਰਾਂ ਨਾਲ ਮੈਂ ਉਹਨਾਂ ਦੀ ਮੌਤ ਤੋਂ ਕੁਝ ਕੁ ਘੰਟੇ ਪਹਿਲਾਂ ਰੇਡੀਓ 'ਤੇ ਇੱਕ ਮੁਲਾਕਾਤ ਕੀਤੀ ਸੀ। ਬੜੀਆਂ ਖੂਬਸੂਰਤ ਯਾਦਾਂ ਸਨ ਦਿਮਾਗ 'ਚ। ਪਰ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਕਿਸੇ ਨੇ ਉਹਨਾਂ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਹਸਪਤਾਲ ਦੇ ਇੱਕ ਸਟ੍ਰੈਚਰ ਉੱਤੇ ਬਹੁਤ ਹੀ ਬੁਰੀ ਹਾਲਤ 'ਚ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ। ਉਸ ਤੋਂ ਬਾਅਦ ਅੱਜ ਤੱਕ ਮੈਨੂੰ ਮੇਰੀਆਂ ਯਾਦਾਂ 'ਚ ਕਦੇ ਵੀ ਜਸਪਾਲ ਭੱਟੀ ਮੁਸਕਰਾਉਂਦਾ ਨਹੀਂ ਦਿਸਿਆ। ਦੱਸਦੇ ਨੇ ਰਜੇਸ਼ ਖੰਨਾ ਨੇ ਆਪਣੀ ਬਿਮਾਰੀ ਦੀ ਹਾਲਤ 'ਚ ਆਪਣੇ ਆਪ ਨੂੰ ਅੰਦਰ ਤਾੜ ਲਿਆ ਸੀ, ਕਿਉਂਕਿ ਉਹ ਚਾਹੁੰਦਾ ਸੀ ਕਿ ਉਸਦੀ ਸੁਪਰਸਟਾਰ ਦੀ ਸ਼ਾਖ ਉਸਦੇ ਚਾਹੁਣ ਵਾਲਿਆਂ ਦੇ ਦਿਲ 'ਚ ਬਣੀ ਰਹੇ, ਨਾ ਕਿ ਲੋਕ ਉਸ ਦੀਆਂ ਬੁਰੀ ਹਾਲਤ 'ਚ ਤਸਵੀਰਾਂ ਦੇਖਣ ਤੇ ਉਸੇ ਰਜੇਸ਼ ਖੰਨੇ ਨੂੰ ਰਹਿੰਦੀ ਉਮਰ ਯਾਦ ਕਰਨ। ਹਰ ਮੁਲਕ ਨੇ ਆਪਣੇ ਆਪਣੇ ਢੰਗ ਨਾਲ ਇਸ ਮਸਲੇ 'ਤੇ ਕਾਨੂੰਨ ਵੀ ਬਣਾਏ ਹੋਏ ਨੇ, ਪਰ ਅਫਸੋਸ ਬਹੁਤ ਘੱਟ ਲੋਕ ਜਾਣਦੇ ਨੇ ਤੇ ਇਹਨਾਂ ਦੀ ਵਰਤੋਂ ਕਰਦੇ ਨੇ। ਕਾਨੂੰਨ ਵਰਤੋਗੇ ਵੀ ਕਿਹਦੇ ਉੱਤੇ? ਕਿਉਂਕਿ ਅਸੀਂ ਤਾਂ ਆਪ ਹੀ ਆਪਣਿਆਂ ਦੀਆਂ ਮ੍ਰਿਤਕ ਦੇਹਾਂ ਦੀਆਂ ਤਸਵੀਰਾਂ ਜਨਤਕ ਕਰਨ 'ਚ ਲੱਗੇ ਹੋਏ ਹਾਂ। ਹਾਂ, ਇੱਕ ਕਾਨੂੰਨ ਅਕਾਲ ਪੁਰਖ ਦੀ ਰਜ਼ਾ 'ਚ ਦੁਨਿਆਵੀ ਵੀ ਹੈ, ਜਿਸ ਵਿੱਚ ਕਿਸੇ ਦੀ ਮਿੱਟੀ ਨੂੰ ਸਾਂਭਣਾ ਵੀ ਇੱਕ ਵੱਡਾ ਪੁੰਨ ਦੱਸਿਆ ਗਿਆ ਹੈ। ਕਿਸੇ ਵੀ ਮ੍ਰਿਤਕ ਦੇਹ ਦੀ ਤਸਵੀਰ ਜਨਤਕ ਕਰਨ ਤੋਂ ਪਹਿਲਾਂ ਇੰਨਾ ਕੁ ਸੋਚ ਲਿਆ ਕਰੋ ਕਿ ਤੁਸੀਂ ਆਪ 10-10 ਤਸਵੀਰਾਂ 'ਚੋਂ ਫਿਲਟਰ ਲਾ ਕੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਪਾਉਂਦੇ ਹੋ, ਅਤੇ ਕੀ ਤੁਸੀਂ ਚਾਹੋਗੇ ਕਿ ਕੋਈ ਤੁਹਾਡੀ ਬੇਸੂਰਤ ਤਸਵੀਰ ਕੋਈ ਜਨਤਕ ਕਰੇ? ਮੈਂ ਤਾਂ ਕਦੇ ਵੀ ਨਹੀਂ ਚਾਹਾਂਗਾ ਕਿ ਕੋਈ ਮੇਰੀ ਨੱਕ 'ਚ ਫੰਬਾ ਪਾਈ ਤਸਵੀਰ ਖਿੱਚੇ ਅਤੇ ਜਨਤਕ ਕਰ ਦੇਵੇ। ਸੋ ਬੇਨਤੀ ਹੀ ਕਰ ਸਕਦੇ ਹਾਂ ਕਿ ਜੇਕਰ ਕਿਸੇ ਇਨਸਾਨ ਨੂੰ ਤੁਸੀਂ ਸੱਚੀ ਦਿਲੋਂ ਚਾਹੁੰਦੇ ਸੀ ਤਾਂ ਉਸ ਦੀ ਨਿੱਜਤਾ ਨੂੰ ਧਿਆਨ 'ਚ ਰੱਖਦਿਆਂ ਉਸ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਨਾਲੋਂ ਉਸ ਦੇ ਚੰਗੇ ਸਮੇਂ ਦੀ ਤਸਵੀਰ ਨੂੰ ਜਨਤਕ ਕਰਕੇ ਆਪਣੀ ਹਮਦਰਦੀ ਜ਼ਾਹਰ ਕਰ ਲਿਆ ਕਰੋ। ਹੋ ਸਕਦਾ ਬਹੁਤੇ ਲੋਕ ਮੇਰੇ ਨਾਲ ਸਹਿਮਤ ਨਾ ਹੋਣ ਜਾਂ ਫਿਰ ਮੈਂ ਗਲਤੀ ਹੋਵਾਂ, ਪਰ ਅੱਜ ਦੇ ਯੁੱਗ 'ਚ ਹਰ ਬੰਦੇ ਕੋਲ ਆਪਣੇ ਵਿਚਾਰ ਰੱਖਣ ਦੇ ਹੱਕ ਨੇ, ਸਾਧਨ ਨੇ। ਸੋ ਉਮੀਦ ਹੈ ਇਸ ਵਿਸ਼ੇ ਉੱਤੇ ਉਸਾਰੂ ਚਰਚਾ ਜਾਰੀ ਰੱਖੋਗੇ। ਇਸੀ ਮਰਨ ਮਿੱਟੀ ਦੀ ਨਿੱਜਤਾ ਬਰਕਰਾਰ ਰੱਖਣ ਲਈ ਮਿੰਟੂ ਬਰਾੜ ਹੋਰਾਂ ਦੀ ਕਲਮ 'ਚੋਂ ਨਿਕਲੀ ਇੱਕ ਸਲਾਹ, ਇੱਕ ਬੇਨਤੀ। ਮੰਨਣਾ ਨਾ ਮੰਨਣਾ ਸਾਡਾ ਤੁਹਾਡਾ ਨਿੱਜੀ ਫੈਸਲਾ ਹੋਵੇਗਾ। ਸੋ ਦੋਸਤੋ, ਚੰਗੇ ਵਿਚਾਰਾਂ ਦੀ ਸਾਂਝ ਪਾਉਂਦੇ ਰਹਾਂਗੇ। ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ। ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ।